ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 17ਵੀਂ ਪੌੜੀ ਦੀ ਸੰਥਿਆ ਆਰੰਭ ਕਰਦੇ ਹਾਂ ਜੀ। ਪਿਛੇ ਕਈ ਦਿਨ ਸੰਥਿਆ ਨਹੀਂ ਪਾਈ ਗਈ ਗਰੁੱਪ ਦੇ ਵਿੱਚ, ਜੋ ਸਤਿਗੁਰੂ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਚੱਲ ਰਿਹਾ ਸੀ। ਇਸ ਕਰਕੇ ਪਿੰਡ ਜਾਣ ਦਾ ਕਰਕੇ ਔਰ ਸ੍ਰੀ ਸੁਲਤਾਨਪੁਰ ਸਾਹਿਬ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ ਤਾਂ ਕਈ ਦਿਨ ਸੰਥਿਆ ਵਿੱਚੋਂ ਨਹੀਂ ਪਾਈ ਗਈ। ਹੁਣ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਆਪਾਂ ਰੋਜ਼ ਸੰਥਿਆ ਦੇ ਸੰਬੰਧ ਵਿੱਚ ਬੇਨਤੀਆਂ ਸਾਂਝੀਆਂ ਕਰਾਂਗੇ ਤੇ ਅੱਜ 17ਵੀਂ ਪੌੜੀ ਦੀ ਸੰਥਿਆ ਵਿਚਾਰਦੇ ਹਾਂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸੰਖ ਜਾਪ ਅਸੰਖ ਭਾਵ। ਹਾਂਜੀ, ਜਪ ਤੇ ਵਿਸਰਾਮ ਹੈ ਔਰ ਜਾਪ ਪੋਲਾ ਹੀ ਬੋਲਣਾ। ਅਸੰਖ ਜਾਪ ਅਸੰਖ ਭਾਵ। ਇਹ ਭੱਬੇ ਦੇ ਕੰਨੇ ਨੂੰ ਲੰਮਾ ਕਰਕੇ ਫਿਰ ਊੜੇ ਔਂਕੜ ਪੋਲਾ ਜਿਹਾ ਬੋਲਣਾ। ਅਸੰਖ ਭਾਵ। ਅਸੰਖ ਪੂਜਾ ਅਸੰਖ ਤਾਪ ਤਾਵ। ਪੂਜਾ ਤੇ ਵਿਸਰਾਮ ਹੈ ਤੇ ਪੂਜਾ ਪੋਲਾ ਹੀ ਬੋਲਣਾ। ਅਸੰਖ ਪੂਜਾ ਅਸੰਖ ਤਾਪ ਤਾਵ। ਅਸੰਖ ਗ੍ਰੰਥ ਮੁੱਖ ਵੇਦ ਪਾਠ। ਗ੍ਰੰਥ ਦੇ ਉੱਤੇ ਵਿਸਰਾਮ ਹੈ, ਇਹ ਰਾਰਾ ਪੂਰਾ ਹੀ ਬੋਲਣਾ। ਅਸੰਖ ਗ੍ਰੰਥ ਮੁੱਖ ਵੇਦ ਪਾਠ। ਅਸੰਖ ਜੋਗ ਮਨ ਰਹਿ ਉਦਾਸ। ਜੋਗ ਤੇ ਵਿਸਰਾਮ ਹੈ ਜੀ। ਮਨ ਰਹਿ ਉਦਾਸ, ਦੋ ਹਾਹੇ ਹਨ, ਇਸ ਕਰਕੇ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ। ਭਗਤ ਤੇ ਵਿਸਰਾਮ ਲਾਉਣਾ ਜੀ, ਠਹਿਰਾਓ ਦੇਣਾ ਇਸ ਪੰਕਤੀ ਦਾ। ਫਿਰ ਬੋਲਣਾ ਗੁਣ ਗਿਆਨ ਵਿਚਾਰ। ਗੁਣ ਨਾਣੇ ਨਾਲ ਬੋਲਣਾ, ਗਿਆਨ ਨੰਨੇ ਨਾਲ ਬੋਲਣਾ, ਵਿਚਾਰ ਬਿਹਾਰੀ ਨਾਲ ਬੋਲਣਾ। ਗੁਣ ਗਿਆਨ ਵਿਚਾਰ। ਅਸੰਖ ਸਤੀ ਅਸੰਖ ਦਾਤਾਰ। ਇਹ ਸਤੀ ਪੋਲਾ ਹੀ ਬੋਲਣਾ ਜੀ, ਇਹਨੂੰ ਭਾਰਾ ਨਹੀਂ ਬੋਲਣਾ, ਪੋਲਾ ਹੀ ਬੋਲਣਾ। ਸਤੀ ਅਸੰਖ ਸਤੀ। ਇੱਥੇ ਵਿਸਰਾਮ ਸੌਖਾ ਹੀ ਆ, ਇਸ ਪੌੜੀ ਦੇ ਵਿਸਰਾਮ ਚਾਲ ਨਾਲ ਹੀ ਲੱਗ ਜਾਂਦੇ ਆਪਣੇ ਆਪ ਹੀ। ਅਸੰਖ ਦਾਤਾਰ, ਇਹ ਸਿੱਧਾ ਦਤਾਰ ਨਹੀਂ ਕਹਿਣਾ, ਦਾਤਾਰ ਕਹਿਣਾ ਜੀ, ਦੱਦੇ ਕੰਨਾਂ ਲਾ ਕੇ। ਅਸੰਖ ਦਾਤਾਰ। ਅਸੰਖ ਸੂਰ ਮੋਹ ਭਖ ਸਾਰ। ਸੂਰ ਤੇ ਵਿਸਰਾਮ ਲਾਉਣਾ ਜੀ। ਅਸੰਖ ਸੂਰ। ਫਿਰ ਬੋਲਣਾ ਜੀ ਮੋਹ ਭਖ ਸਾਰ, ਮਮੇ ਔਂਕੜ ਹਾਹਾ, ਇਸ ਕਰਕੇ ਮੋਹ ਭਖ ਸਾਰ। ਅਸੰਖ ਮੋਨ ਲਿਵ ਲਾਏ ਤਾਰ। ਮੋਨ ਤੇ ਵਿਸਰਾਮ। ਅਸੰਖ ਮੋਨ, ਇੱਥੇ ਵਿਸਰਾਮ। ਮੋਨ ਨੰਨੇ ਨਾਲ ਬੋਲਣਾ। ਫਿਰ ਅਗਲਾ ਜੋ ਅੱਧਾ ਹਿੱਸਾ ਪੰਕਤੀ ਦਾ ਉਹ ਬੋਲਣਾ ਲਿਵ ਲਾਏ ਤਾਰ। ਇਹਨੂੰ ਲਾਏ ਕਹਿਣਾ, ਸਿੱਧਾ ਲਿਵ ਲਾਏ ਤਾਰ ਨਹੀਂ ਕਹਿਣਾ। ਜੇ ਲਾਏ ਆਖਾਂਗੇ ਤੇ ਲੱਲੇ ਕੰਨਾ ਈੜੀ ਨੂੰ ਲਾਉਣ ਲੱਗਦੀ ਹੈ, ਇੱਥੇ ਈੜੀ ਨੂੰ ਸਿਹਾਰੀ, ਇਹਨੂੰ ਬੋਲਾਂਗੇ ਲਾਏ। ਇਸ ਤਰ੍ਹਾਂ ਕੰਨੇ ਨੂੰ ਲੰਮਾ ਕਰਕੇ ਫਿਰ ਸਿਹਾਰੀ ਦੀ ਥੋੜ੍ਹੀ ਜਿਹੀ ਆਵਾਜ਼ ਆਉਂਦੀ ਹੈ, ਲਾਏ। ਕਿਉਂਕਿ ਲਾਂ ਨਾਲੋਂ ਥੋੜ੍ਹੀ ਆਵਾਜ਼ ਹੁੰਦੀ ਸਿਹਾਰੀ ਦੀ,
ਲਾਂ ਦੇ ਨਾਲੋਂ ਅੱਧੀ ਆਵਾਜ਼। ਇਸ ਕਰਕੇ ਇੱਥੇ ਸਿਹਾਰੀ ਦੀ ਆਵਾਜ਼ ਦੇਣੀ ਹੈ, ਨਾ ਕਿ ਲਾਂ ਦੀ ਆਵਾਜ਼। ਲਿਵ, ਲਾਇ, ਤਾਰ, ਇਸ ਤਰੀਕੇ ਨਾਲ ਇਹਨੂੰ ਪਕਾਵਾਂਗੇ ਤਾਂ ਇਹ ਸਿਹਾਰੀ ਬੋਲੀ ਜਾਵੇਗੀ। ਲਿਵ, ਲਾਇ, ਤਾਰ। ਕੁਦਰਤ ਕਵਣ ਕਹਾ ਵਿਚਾਰ। ਕਵਣ ਦੇ ਉੱਤੇ ਵਿਸਰਾਮ ਹੈ ਜੀ। ਕੁਦਰਤ ਪੋਲਾ ਹੀ। ਕਵਣ ਇਹ ਨਾਣਾ ਬੋਲਣਾ ਜੀ। ਨਾਣੇ ਦੀ ਥਾਂ ਤੇ ਨੰਨੇ ਦੀ ਆਵਾਜ਼ ਨਾ ਕਿਤੇ ਆ ਜਾਵੇ। ਕਵਣ ਇਸ ਤਰੀਕੇ ਨਾਲ। ਕੁਦਰਤ ਕਵਣ ਕਹਾ ਵਿਚਾਰ। ਇਹ ਕਹਾ ਹੀ ਬੋਲਣਾ ਬਿੰਦੀ ਤੋਂ ਬਿਨਾਂ, ਬਿੰਦੀ ਨਹੀਂ ਲਾਉਣੀ। ਕੁਦਰਤ ਕਵਣ ਕਹਾ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ। ਇਸ ਪੰਕਤੀ ਵਿੱਚ ਨੰਨਾ ਮੁਕਤਾ ਆ, ਉਹਨੂੰ ਮੁਕਤਾ ਹੀ ਬੋਲਣਾ ਹੈ, ਤੇ ਜਾਵਾ ਤੇ ਵਿਸਰਾਮ ਹੈ। ਜਾਵਾ ਬਿੰਦੀ ਤੋਂ ਬਿਨਾਂ ਹੀ ਬੋਲਣਾ ਹੈ। ਵਾਰਿਆ ਇਸ ਤਰ੍ਹਾਂ ਹੀ ਬਿੰਦੀ ਤੋਂ ਬਿਨਾਂ ਹੀ ਬੋਲਣਾ। ਵਾਰਿਆ ਨਾ ਜਾਵਾ ਏਕ ਵਾਰ। ਜਾਵਾ ਉੱਤੇ ਵਿਸਰਾਮ ਲੱਗਦਾ ਹੈ, ਪਹਿਲਾਂ ਨੰਨਾ ਮੁਕਤਾ ਹੈ, ਉਹਨੂੰ ਨਾ ਇਸ ਤਰ੍ਹਾਂ ਬੋਲਣਾ ਹੈ। ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ। ਭਾਵੈ ਤੇ ਵਿਸਰਾਮ ਹੈ, ਤੁਧ ਕੱਸ ਕੇ ਬੋਲਣਾ ਹੈ ਜੀ। ਜੋ ਤੁਧ ਭਾਵੈ, ਭਾਵੈ ਵਾਵੇ ਤੇ ਦਲਾਵਾਂ ਲੱਗੀਆਂ ਹੋਈਆਂ, ਇਸ ਕਰਕੇ ਭਾਵੈ ਇੰਝ ਬੋਲਣਾ। ਜੋ ਤੁਧ ਭਾਵੈ ਸਾਈ ਭਲੀ ਕਾਰ। ਇਹ ਸਾਈ ਬੋਲਣਾ, ਬਿੰਦੀ ਨਹੀਂ ਲਾਉਣੀ, ਬਿੰਦੀ ਤੋਂ ਬਿਨਾਂ ਹੀ ਬੋਲਣਾ। ਜਿਵੇਂ ਸਾਈ ਭਲੀ ਕਾਰ। ਸਾਈ ਮਾਣੇ ਉਹ ਕਾਰ ਜਿਹੜੀ ਵਾਹਿਗੁਰੂ ਆਪ ਜੀ ਨੂੰ ਚੰਗੀ ਲੱਗਦੀ, ਉਹੀ ਭਲੀ ਕਾਰ ਹੈ। ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਤੂੰ ਟਿੱਪੀ ਤੋਂ ਬਿਨਾਂ ਹੀ ਬੋਲਣਾ ਹੈ। ਇਹਨਾਂ ਪੰਕਤੀਆਂ ਵਿੱਚ ਜੋ ਇਹਨਾਂ ਪੌੜੀਆਂ 'ਚ ਅਖੀਰਲੀਆਂ ਪੰਕਤੀਆਂ ਆ ਰਹੀਆਂ ਹਨ, ਚੌਹਾਂ ਪੌੜੀਆਂ ਦੇ ਵਿੱਚ ਹੀ, ਔਰ ਇਹ ਇਸੇ ਤਰੀਕੇ ਦੇ ਨਾਲ ਹੀ ਇਹ ਬੋਲੀਆਂ ਜਾਣੀਆਂ ਹਨ। ਤੂੰ ਕਿਤੇ ਵੀ ਟਿੱਪੀ ਨਹੀਂ ਲੱਗੀ ਹੋਈ। ਤੂੰ ਸਦਾ ਸਲਾਮਤ ਨਿਰੰਕਾਰ। ਇਹਨਾਂ ਚੌਹਾਂ ਪੌੜੀਆਂ ਦੇ ਵਿੱਚ ਜੋ ਇਹ ਅਖੀਰਲੀਆਂ ਪੰਕਤੀਆਂ ਵਾਰ-ਵਾਰ ਆ ਰਹੀਆਂ ਹਨ, 16ਵੀਂ, 17ਵੀਂ, 18ਵੀਂ ਤੇ 19ਵੀਂ ਜੋ ਪੌੜੀ ਹੈ, ਇਹਨਾਂ ਵਿੱਚ ਇਹ ਪੰਕਤੀਆਂ ਆਈਆਂ ਹਨ। ਕੁਦਰਤ ਕਵਣ ਕਹਾ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਔਰ ਇਹ ਚੇਤੇ ਰੱਖਣ ਵਾਲੀ ਗੱਲ ਹੈ ਵੀ ਇਹ ਟਿੱਪੀ ਨਾ ਲੱਗ ਜਾਵੇ, ਤੂੰ ਨਾ ਉਚਾਰਿਆ ਜਾਵੇ। ਤੂੰ ਨਹੀਂ ਹੈ, ਟਿੱਪੀ ਤੋਂ ਬਿਨਾਂ ਤੂੰ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਇੱਥੋਂ ਤੀਕ ਜੀ 17 ਪੌੜੀਆਂ ਹੋਈਆਂ। ਅੱਜ ਆਪਾਂ 17ਵੀਂ ਪੌੜੀ ਦੀ ਵਿਚਾਰ ਸਾਂਝੀ ਕੀਤੀ ਹੈ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਜੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਦੇਣੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਫਤਿਹ ਗਜਾਵਾਂਗੇ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਸਲਾਮਤ ਤੇ ਵਿਸਰਾਮ ਲੱਗਦਾ ਜੀ। ਫਿਰ ਬੋਲਣਾ ਨਿਰੰਕਾਰ। ਉੱਚਾ ਚੁੱਕ ਕੇ ਰਾਰੇ ਦੇ ਟਿੱਪੀ ਹੈ ਜੋ, ਇਹਨੂੰ ਉੱਚਾ ਚੁੱਕ ਕੇ ਨਿਰੰਕਾਰ। ਇਕੱਠਾ ਹੀ ਹੈ ਪਾਠ, ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।